ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚਿਤੇਰੇ। ਸਚ ਮੰਤਰ ਅੰਮ੍ਰਿਤ ਤੁਮਾਰਾ ਬਾਣੀ, ਸ਼ੀਤਲ ਪੁਰਖ ਦ੍ਰਿਸ਼ਟ ਸੋ ਜਾਣੀ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨ ਜਾਏ ਮੇਰਾ ਪ੍ਰਭ ਅਬਨਾਸ਼ੀ। ਤੂੰ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੁਡਤ ਥੇ, ਕਬਹੁ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨ ਆਇਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਗੁਰੂ ਪਿਆਰੀ ਸਾਧ ਸੰਗਤ ਜੀ, ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਰਨ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਕਰੋੜਾਂ ਤੀਰਥਾਂ ਤੇ ਭਾਵੇਂ ਅਸੀਂ ਇਸ਼ਨਾਨ ਕਰ ਲਈਏ, ਫਿਰ ਵੀ ਸਾਡੀ ਮਨ ਦੀ ਮੈਲ ਨਹੀਂ ਲੱਥਦੀ। ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ ਸਾਡੇ ਜਨਮਾਂ ਜਨਮਾਂਤਰਾਂ ਦੀ ਮਨ ਦੀ ਮੈਲ ਲੱਥ ਜਾਂਦੀ ਹੈ। ਸੋ ਆਪਾਂ ਸਾਰੇ ਵਡਭਾਗੀ ਹਾਂ ਜੋ ਸਾਧ ਸੰਗਤ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਹੁਣ ਸਮਾਂ ਹੈ ਗੁਰਬਾਣੀ ਇਤਿਹਾਸ ਦੀਆਂ ਵਿਚਾਰਾਂ ਦਾ। ਸੋ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਵਡਿਆਈ ਦੇ ਵਿੱਚ ਬਾਬਾ ਬੁੱਲੇ ਸ਼ਾਹ ਲਿਖਦੇ ਹਨ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁन्नत ਹੋਤੀ ਸਭ ਕੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਸੰਨ 1666 ਨੂੰ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਪਟਨੇ ਦੀ ਧਰਤੀ ਤੇ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਗੁਰੂ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਵੱਲ ਗਏ ਸਨ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਖਬਰ ਮਿਲੀ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਂ ਰੱਖਿਆ ਗੋਬਿੰਦ ਰਾਏ। ਥੋੜੇ ਵੱਡੇ ਹੋਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਦੇ ਨਾਲ ਸਾਰੇ ਪਰਿਵਾਰ ਨੂੰ ਪਟਨੇ ਦੀ ਧਰਤੀ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਦਾ ਹੁਕਮ ਹੋਇਆ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਨਾਲ ਪਟਨੇ ਦੀ ਧਰਤੀ ਤੋਂ ਸਿੰਘਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਰਵਾਨਾ ਹੁੰਦੇ ਨੇ ਪੰਜਾਬ ਦੀ ਧਰਤੀ ਵੱਲ ਨੂੰ, ਤਾਂ ਰਸਤੇ ਦੇ ਵਿੱਚ ਸਾਧ ਸੰਗਤ ਜੀ ਅੰਬਾਲੇ ਦੇ ਵਿੱਚ ਇੱਕ ਪਿੰਡ ਹੈ ਲਖਨੌਰ, ਉੱਥੇ ਮਾਤਾ ਗੁਜਰ ਕੌਰ ਜੀ ਦੇ ਕੁਝ ਰਿਸ਼ਤੇਦਾਰ ਰਹਿੰਦੇ ਸਨ। ਹਰਿਆਣੇ ਦੀ ਧਰਤੀ ਤੇ ਇੱਕ ਜ਼ਿਲ੍ਹਾ ਹੈ ਜਿਸ ਦਾ ਨਾਮ ਹੈ ਕਰਨਾਲ। ਕਰਨਾਲ ਸ਼ਹਿਰ ਜਿੱਥੇ ਦਾ ਇੱਕ ਪੀਰ ਸੀ, ਮੁਸਲਮਾਨ ਪੀਰ, ਬੜਾ ਪਹੁੰਚਿਆ ਹੋਇਆ, 5 ਵਕਤ ਦਾ ਨਮਾਜ਼ੀ, ਰੋਜ਼ੇ ਰੱਖਣ ਵਾਲਾ, ਬੜੀ ਨੇਕ ਰੂਹ ਸੀ, ਜਿਸ ਦਾ ਨਾਮ ਸੀ ਪੀਰ ਆਰਫਦੀਨ। ਇਹ ਪੀਰ ਆਰਫਦੀਨ ਬੜੀ ਬੰਦਗੀ ਬੜੀ ਭਗਤੀ ਵਾਲਾ ਸੀ। ਜਦੋਂ ਗੋਬਿੰਦ ਰਾਏ ਆਪਣੀ ਮਾਤਾ ਗੁਜਰ ਕੌਰ ਜੀ ਦੇ ਨਾਲ ਅੰਬਾਲੇ ਦੇ ਪਿੰਡ ਲਖਨੌਰ ਦੇ ਵਿੱਚ ਰੁਕੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ, ਮਾਤਾ ਗੁਜਰ ਕੌਰ ਜੀ ਉੱਥੇ ਰੁਕੇ ਨੇ, ਤਾਂ ਪੀਰ ਆਰਫਦੀਨ ਇੱਕ ਪਾਲਕੀ ਦੇ ਵਿੱਚ ਜਾ ਰਿਹਾ ਸੀ। ਬਾਲ ਗੋਬਿੰਦ ਰਾਏ ਬੱਚਿਆਂ ਦੇ ਨਾਲ ਖੇਡ ਰਹੇ ਸਨ। ਪੀਰ ਆਰਫਦੀਨ ਨੇ ਆਪਣੀ ਪਾਲਕੀ ਦੇ ਵਿੱਚ ਜਦੋਂ ਬਾਲ ਗੋਬਿੰਦ ਰਾਏ ਨੂੰ ਵੇਖਿਆ, ਦਰਸ਼ਨ ਕੀਤੇ, ਤਾਂ ਉਸਨੇ ਆਪਣੇ ਮੁਰੀਦਾਂ ਨੂੰ ਪਾਲਕੀ ਥੱਲੇ ਰੱਖਣ ਵਾਸਤੇ ਆਖਿਆ। ਪਾਲਕੀ ਦੇ ਵਿੱਚੋਂ ਪੀਰ ਆਰਫਦੀਨ ਉਤਰਦਾ ਹੈ ਤੇ ਉਤਰ ਕੇ ਜਿੱਥੇ ਬਾਲ ਗੋਬਿੰਦ ਰਾਏ ਬੱਚਿਆਂ ਦੇ ਨਾਲ ਖੇਡ ਰਹੇ ਹੁੰਦੇ ਹਨ, ਉੱਥੇ ਉਹ ਸਤਿਗੁਰਾਂ ਦੇ ਲਾਗੇ ਜਾਂਦਾ ਹੈ ਤੇ ਝੁਕ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਲਾਮ ਕਰਦਾ ਹੈ। ਤਾਂ ਕੁਝ ਸਮਾਂ ਵੱਖਰੇ ਹੋ ਕੇ ਗੁਰੂ ਸਾਹਿਬ ਜੀ ਨੂੰ ਵੱਖਰੇ ਲਿਜਾ ਕੇ ਉਹ ਕੁਝ ਸਮਾਂ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰਦਾ ਹੈ ਤੇ ਵਾਪਸ ਆਉਣ ਲੱਗਿਆ ਸਾਧ ਸੰਗਤ ਜੀ ਉਹ ਫਿਰ ਗੁਰੂ ਸਾਹਿਬ ਜੀ ਨੂੰ 7 ਵਾਰੀ ਝੁੱਕ ਕੇ ਸਲਾਮ ਕਰਦਾ ਹੈ। ਜਦੋਂ ਵਾਪਸ ਆਇਆ ਆਪਣੀ ਪਾਲਕੀ ਦੇ ਨੇੜੇ ਤਾਂ ਆਪਣਾ ਮੁਰੀਦਾਂ ਨੂੰ ਕਹਿਣ ਲੱਗਾ ਕਿ ਤੁਸੀਂ ਅੱਗੇ ਚਲੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਪਾਲਕੀ ਦੇ ਵਿੱਚ ਨਹੀਂ ਬੈਠਾ। ਜਿਤਨਾ ਚਿਰ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਰਹੇ, ਉਹ ਪਾਲਕੀ ਦੇ ਵਿੱਚ ਨਹੀਂ ਬੈਠਾ। ਉਸ ਦੇ ਮੁਰੀਦਾਂ ਨੇ ਉਸ ਨੂੰ ਪੁੱਛਿਆ ਕਿ ਪੀਰ ਸਾਹਿਬ, ਸਾਰੀ ਦੁਨੀਆ ਤੁਹਾਡੇ ਅੱਗੇ ਝੁਕਦੀ ਹੈ, ਤੁਸੀਂ ਅੱਜ ਇੱਕ ਬੱਚੇ ਦੇ ਅੱਗੇ ਝੁਕੇ ਹੋ, ਇਹ ਕੀ ਕਾਰਨ ਹੈ? ਤਾਂ ਪੀਰ ਆਰਫਦੀਨ ਕਹਿੰਦਾ ਕਿ ਮੈਂ ਇਸ ਬੱਚੇ ਦੇ ਵਿੱਚ ਅੱਲਾਹ ਪਾਕ ਦਾ ਜ਼ਹੂਰ ਵੇਖਿਆ ਹੈ, ਮੈਂ ਇਸ ਬੱਚੇ ਦੇ ਵਿੱਚ ਖੁਦਾਵੰਦ ਤਾਲਾ ਦਾ ਨੂਰ ਵੇਖਿਆ ਹੈ, ਤੇ ਤੁਹਾਡਾ ਕੀ ਖਿਆਲ ਹੈ ਕਿ ਮੈਂ ਖੁਦਾਵੰਦ ਤਾਲਾ ਦੇ ਅੱਗੇ ਆਕੜ ਕੇ ਖਲੋਤਾ ਰਹਿੰਦਾ? ਖੁਦਾ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਸਰੀਰ ਦੇ ਵਿੱਚ ਆ ਸਕਦਾ ਹੈ, ਉਸ ਦੇ ਅੱਗੇ ਨਿਉਣਾ ਹੀ ਬਣਦਾ ਹੈ, ਉਸ ਦੇ ਅੱਗੇ ਝੁਕਣਾ ਹੀ ਬਣਦਾ ਹੈ। ਪੀਰ ਆਰਫਦੀਨ ਨੇ ਆਪਣੇ ਮੁਰੀਦਾਂ ਨੂੰ ਸਮਝਾਉਂਦਿਆਂ ਬੜਾ ਖੂਬਸੂਰਤ ਇੱਕ ਕਵਿਤਾ ਦੇ ਵਿੱਚ ਉਹ ਬੋਲਦਾ ਹੈ, ਕਹਿਣ ਲੱਗਾ ਕਿ ਸੁੰਦਰਤਾ ਇਸ ਦੇ ਪੱਗ ਚੁੰਮੇ, ਇਹ ਨੂਰੋ ਨੂਰ ਰੂਹਾਨੀ,
ਸਭ ਤੋਂ ਉੱਚਾ, ਸਭ ਤੋਂ ਵੱਡਾ, ਸਭ ਤੋਂ ਨੂਰ ਜਲਾਲੀ। ਸਭ ਝੁਕਦੇ ਹਨ ਇਸ ਦੇ ਅੱਗੇ, ਇਸ ਦੀ ਚਾਲ ਨਿਰਾਲੀ। ਤੇ ਫਿਰ ਕਹਿੰਦਾ ਹੈ ਕਿ ਅੱਲਾ ਵਿੱਚ ਫਨਾ ਦਾ ਦਰਜਾ, ਮੇਰੀ ਪਹੁੰਚ ਨਾ ਜਿੱਥੇ, ਉਥੋਂ ਤੱਕ ਮੈਂ ਵੇਖਿਆ ਇਸ ਨੂੰ, ਅੱਜ ਵੇਖਿਆ ਮੈਂ ਇੱਥੇ। ਕਹਿੰਦਾ ਹੈ ਕਿ ਮੈਂ ਜਦੋਂ ਅੱਲਾ ਦੇ ਦਰਸ਼ਨ ਕਰਦਾ ਹਾਂ, ਅੱਲਾ ਤਾਲਾ ਦੇ ਮੈਂ ਦਰਸ਼ਨ ਕਰਦਾ ਹਾਂ ਪ੍ਰਭੂ ਦੀ ਦਰਗਾਹ ਦੇ ਵਿੱਚ, ਤੇ ਮੈਂ ਇਸ ਬੱਚੇ ਨੂੰ ਵੇਖਦਾ ਹਾਂ, ਤੇ ਮੈਂ ਇਸ ਬੱਚੇ ਨੂੰ ਅੱਲਾ ਦੀ ਦਰਗਾਹ ਦੇ ਵਿੱਚ ਵੇਖਦਾ ਹਾਂ। ਅੱਜ ਮੈਂ ਇਸ ਬੱਚੇ ਨੂੰ ਇੱਥੇ ਧਰਤੀ ਤੇ ਵੇਖਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਸਾਧ ਸੰਗਤ ਜੀ, ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਵਿਚਰ ਰਹੇ ਸਨ, ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਕੁਝ ਮੁੱਠੀ ਭਰ ਸਿੰਘਾਂ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ। ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਆਪਣੇ ਮਹਿਲਾਂ ਦੇ ਵਿੱਚੋਂ ਨਿਕਲਦੇ ਨੇ, ਤੇ ਗੁਰੂ ਸਾਹਿਬ ਜੀ ਨੇ ਰਣਜੀਤ ਨਗਾਰਾ ਬਣਵਾਇਆ ਸੀ, ਉਹ ਰਣਜੀਤ ਨਗਾਰਾ ਵੱਜਦਾ ਸੀ। ਸਤਿਗੁਰੂ ਜੀ ਦਾ ਹੁਕਮ ਸੀ ਵੀ ਜਦੋਂ ਅਸੀਂ ਮਹਿਲਾਂ ਦੇ ਵਿੱਚੋਂ ਬਾਹਰ ਨਿਕਲੀਏ, ਸ਼ਿਕਾਰ ਖੇਡਣ ਵਾਸਤੇ ਜਾਈਏ, ਉਸ ਵੇਲੇ ਨਗਾਰਾ ਵੱਜਣਾ ਜ਼ਰੂਰੀ ਹੈ, ਲਾਜ਼ਮੀ ਹੈ। ਤੇ ਇਹ ਨਗਾਰਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਔਰੰਗਜ਼ੇਬ ਨੇ ਆਪਣੇ ਆਪ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਨਗਾਰਾ ਵਜਾਉਣ ਦੀ ਆਗਿਆ ਨਹੀਂ ਸੀ ਦਿੱਤੀ ਹੋਈ। ਇੱਥੋਂ ਤੱਕ ਕਿ ਇੱਕ ਵਾਰੀ ਉਸ ਦੇ ਵੱਡੇ ਲੜਕੇ ਬਹਾਦਰ ਸ਼ਾਹ ਨੇ ਕਾਬਲ ਦੇ ਵਿੱਚ ਸਾਧ ਸੰਗਤ ਜੀ ਨਗਾਰਾ ਵਜਾਇਆ ਸੀ, ਤੇ ਉਸਨੇ ਆਪਣੇ ਪੁੱਤਰ ਨੂੰ ਸਖਤ ਤਾੜਨਾ ਕੀਤੀ ਸੀ, ਝਿੜਕਿਆ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਜ ਵੀ ਰੱਖਿਆ। ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਸ਼ਸਤਰਧਾਰੀ ਬਣਾਇਆ, ਚੰਗਾ ਘੋੜਸਵਾਰ ਬਣਾਇਆ, ਕਿਉਂਕਿ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਵਿੱਚ ਜੁਰਤ, ਅਣਖ ਤੇ ਗੈਰਤ ਭਰਨੀ ਚਾਹੁੰਦੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ, ਤਾਂ ਜੋ ਸਾਡੇ ਲੋਕਾਂ ਦੇ ਵਿੱਚ ਦਲੇਰੀ, ਜੁਰਤ ਦੀ ਭਾਵਨਾ ਪੈਦਾ ਹੋਵੇ, ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਨਿਕਲੇ ਨੇ। ਮਹਿਲਾਂ ਦੇ ਵਿੱਚੋਂ ਰਣਜੀਤ ਨਗਾਰਾ ਵਜਿਆ ਹੈ। ਜਦੋਂ ਇਹ ਰਣਜੀਤ ਨਗਾਰਾ ਵੱਜਦਾ ਸੀ, ਤੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ, ਉਹਨਾਂ ਦੇ ਦਿਲ ਕੰਬਦੇ ਸਨ, ਪਹਾੜੀ ਰਾਜਿਆਂ ਦੇ। ਸਤਿਗੁਰੂ ਜੀ ਮੁੱਠੀ ਭਰ ਸਿੰਘਾਂ ਦੇ ਨਾਲ ਨਿਕਲੇ ਨੇ, ਜੰਗਲ ਵੱਲ ਨੂੰ ਸਤਿਗੁਰੂ ਜੀ ਰਵਾਨਾ ਹੋਏ ਨੇ। ਸਿੰਘ ਘੋੜਿਆਂ ਦੇ ਉੱਤੇ ਬੈਠੇ ਨੇ। ਜਿਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਜੰਗਲ ਵੱਲ ਨੂੰ ਗਏ, ਤਾਂ ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਹਰੀ ਚੰਦ ਹੈ। ਇਹ ਹਰੀ ਚੰਦ ਗੁਰੂ ਸਾਹਿਬ ਜੀ ਦੇ ਨਾਲ ਬੜੀ ਈਰਖਾ ਕਰਦਾ ਹੈ, ਤੇ ਹਰੀ ਚੰਦ ਇਹ ਤਾੜ ਦੇ ਵਿੱਚ ਸੀ, ਮੌਕੇ ਦੇ ਵਿੱਚ ਸੀ ਵੀ ਕਿਸੇ ਦਿਨ ਗੁਰੂ ਸਾਹਿਬ ਜੀ ਮੇਰੇ ਇਕੱਲੇ ਦੇ ਕਿਤੇ ਕਾਬੂ ਆ ਜਾਣ ਤੇ ਮੈਂ ਉਹਨਾਂ ਨੂੰ ਫੜ ਲਵਾਂ। ਇਹ ਸਤਿਗੁਰਾਂ ਦੇ ਨਾਲ ਆਪਣੇ ਮਨ ਦੀ ਕਿਹੜ ਕੱਢਣਾ ਚਾਹੁੰਦਾ ਸੀ। ਗੁਰੂ ਸਾਹਿਬ ਜੀ ਦੇ ਨਾਲ ਆਪਣੇ ਮਨ ਦੇ ਵਿੱਚ ਵੈਰ ਭਾਵਨਾ ਰੱਖਦਾ ਸੀ, ਦੁਸ਼ਮਣੀ ਰੱਖਦਾ ਸੀ। ਪਰ ਸਤਿਗੁਰੂ ਕਿਸੇ ਨਾਲ ਵੈਰ ਨਹੀਂ ਕਰਦੇ। ਅਸੀਂ ਪੜ੍ਹਦੇ ਹਾਂ, ਸਤਿਗੁਰੂ ਫਰਮਾਉਂਦੇ ਨੇ ਕਿ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ, ਵੀ ਮੇਰਾ ਤੇ ਕੋਈ ਵੈਰੀ ਨਹੀਂ, ਕੋਈ ਮੇਰਾ ਦੁਸ਼ਮਣ ਨਹੀਂ। ਹਰੀ ਚੰਦ ਨੇ ਗੁਰੂ ਸਾਹਿਬ ਜੀ ਨੂੰ ਆਪਣਾ ਦੁਸ਼ਮਣ ਬਣਾ ਲਿਆ। ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਸੀ, ਕਿਉਂਕਿ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦੇ ਵਿੱਚ ਸਨ, ਤੇ ਇਹ ਰਾਜੇ ਜਿਹੜੇ ਸਨ ਇਹ ਚਾਹੁੰਦੇ ਸਨ ਵੀ ਸਿਰਫ ਸਾਡੀ ਜੈ ਜੈਕਾਰ ਹੋਵੇ, ਲੋਕੀ ਸਾਨੂੰ ਸਲਾਮਾਂ ਕਰਨ। ਇਹ ਝੂਠੇ ਪਾਤਸ਼ਾਹ ਸੀ ਤੇ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਸੀ। ਹਰੀ ਚੰਦ ਨੇ ਸਾਧ ਸੰਗਤ ਜੀ ਜਿਸ ਦਿਨ ਦੀ ਉਹ ਤਾੜ ਦੇ ਵਿੱਚ ਸੀ ਵੀ ਮੈਂ ਗੁਰੂ ਸਾਹਿਬ ਜੀ ਨੂੰ ਘੇਰਾ ਪਾਵਾਂ, ਉਹ ਦਿਨ ਆ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਸ਼ਿਕਾਰ ਖੇਡਣ ਵਾਸਤੇ ਨਿਕਲੇ, ਇਸ ਨੇ ਆਪਣੀ ਫੌਜ ਦੇ ਨਾਲ ਗੁਰੂ ਸਾਹਿਬ ਜੀ ਨੂੰ ਘੇਰਾ ਪਾ ਲਿਆ ਚਾਰੇ ਪਾਸਿਓਂ। ਤੇ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਹਰੀ ਚੰਦ ਆਖਣ ਲੱਗਾ ਕਿ ਗੁਰੂ ਜੀ, ਅੱਜ ਮੈਂ ਤੁਹਾਨੂੰ ਘੇਰਾ ਪਾ ਲਿਆ ਹੈ, ਤੇ ਮੈਂ ਸੁਣਿਆ ਕਿ ਤੁਸੀਂ ਬੜੇ ਤੀਰ ਅੰਦਾਜ਼ ਹੋ। ਅੱਜ ਵੇਖ ਲਈਏ ਵੀ ਭਲਾ ਤੁਸੀਂ ਵੱਡੇ ਤੀਰ ਅੰਦਾਜ਼ ਹੋ ਕਿ ਮੈਂ ਵੱਡਾ ਤੀਰ ਅੰਦਾਜ਼ ਹਾਂ। ਬਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲਿਖਦੇ ਹਨ ਕਿ ਹਰੀ ਚੰਦ ਜੋ ਹੈ ਇਹ ਇਤਨਾ ਚੰਗਾ ਤੀਰ ਅੰਦਾਜ਼ ਸੀ ਵੀ ਇਹ ਤੀਰ ਮਾਰਦਾ ਸੀ, ਇੱਕ ਬੰਦੇ ਦੇ ਵਿੱਚੋਂ ਨਿਕਲ ਕੇ ਦੂਸਰੇ ਬੰਦੇ ਦੇ ਵਿੱਚ ਜਾ ਧੱਸਦਾ ਸੀ। ਇਤਨੀ ਜ਼ੋਰ ਦੀ ਇਹ ਤੀਰ ਮਾਰਦਾ ਸੀ, ਇਤਨੀ ਇਸ ਦੇ ਤੀਰ ਚਲਾਉਣ ਦੇ ਵਿੱਚ ਤਾਕਤ ਸੀ। ਗੁਰੂ ਸਾਹਿਬ ਜੀ ਨੂੰ ਇਹ ਚੈਲੰਜ ਕਰਦਾ ਹੈ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਰੀ ਚੰਦ ਨੂੰ ਕਹਿੰਦੇ ਨੇ ਕਿ ਹਰੀ ਚੰਦ, ਘੇਰਾ ਤੇ ਤੂੰ ਸਾਨੂੰ ਪਾਇਆ, ਅਸੀਂ ਤੈਨੂੰ ਘੇਰਾ ਨਹੀਂ ਪਾਇਆ। ਤੇਰੇ ਮਨ ਦੇ ਵਿੱਚ ਸਾਡੇ ਪ੍ਰਤੀ ਵੈਰ ਹੈ, ਸਾਡੇ ਮਨ ਦੇ ਵਿੱਚ ਤੇਰੇ ਪ੍ਰਤੀ ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ।
ਸਾਡੇ ਵਾਸਤੇ ਤੇ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ, ਸਾਡੇ ਵਾਸਤੇ ਤੇ ਸਾਰੇ ਪਰਮਾਤਮਾ ਦਾ ਨੂਰ ਨੇ, ਪਰਮਾਤਮਾ ਦਾ ਰੂਪ ਨੇ। ਸਤਿਗੁਰੂ ਕਹਿਣ ਲੱਗੇ ਕਿ ਹਰੀ ਚੰਦ, ਠੀਕ ਹੈ ਵੀ ਤੂੰ ਸਾਡੇ ਨਾਲ ਮੁਕਾਬਲਾ ਕਰਨ ਵਾਸਤੇ ਆਇਆ, ਤੂੰ ਵੀ ਬਹੁਤ ਵੱਡਾ ਤੀਰ ਅੰਦਾਜ਼ ਹੈ, ਪਹਾੜੀਆਂ ਦਾ ਤੂੰ, ਪਹਾੜੀ ਫੌਜਾਂ ਦਾ ਤੂੰ ਇੱਕ ਰਾਜਾ ਹੈ, ਤੇ ਤੇਰੇ ਨਾਲ ਬੜੀ ਭਾਰੀ ਫੌਜ ਰਹਿੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਘੇਰਾ ਤੂੰ ਸਾਨੂੰ ਪਾਇਆ, ਤੇ ਤੀਰ ਪਹਿਲਾ ਜਿਹੜਾ ਹੈ ਹਮਲਾ ਜੋ ਹੈ ਪਹਿਲਾਂ ਤੂੰ ਕਰ ਸਾਡੇ ਤੇ, ਅਸੀਂ ਨਹੀਂ ਤੇਰੇ ਤੇ ਕਰਨਾ। ਪਹਿਲਾ ਹਮਲਾ ਤੂੰ ਕਰ, ਵੀ ਤੇਰੇ ਮਨ ਦੇ ਵਿੱਚ ਕੋਈ ਰੀਝ ਨਾ ਰਹਿ ਜਾਵੇ, ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ ਵੀ ਖਰਿਆ ਵੀ ਮੈਂ ਜੇਕਰ ਤੀਰ ਮੈਂ ਚਲਾਉਂਦਾ ਤੇ ਸ਼ਾਇਦ ਮੈਂ ਗੁਰੂ ਸਾਹਿਬ ਜੀ ਨੂੰ ਮਾਰ ਹੀ ਲੈਂਦਾ। ਇਸ ਕਰਕੇ ਪਹਿਲਾ ਤੀਰ ਜਿਹੜਾ ਤੂੰ ਚਲਾ, ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ। ਹਰੀ ਚੰਦ ਬੜਾ ਖੁਸ਼ ਹੁੰਦਾ ਵੀ ਇਹ ਤੇ ਗੱਲ ਬਣ ਗਈ। ਗੁਰੂ ਸਾਹਿਬ ਜੀ ਨੂੰ ਮੈਂ ਤੀਰ ਚਲਾਉਣ ਵਾਸਤੇ ਕਿਹਾ ਸੀ, ਪਰ ਇਹਨਾਂ ਨੇ ਉਲਟਾ ਮੈਨੂੰ ਹੀ ਪਹਿਲਾ ਮੌਕਾ ਦੇ ਦਿੱਤਾ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ, ਸਤਿਗੁਰਾਂ ਨੇ ਭੰਗਾਣੀ ਦੇ ਯੁੱਧ ਦਾ ਸਾਰਾ ਵਰਣਨ ਬਚਿੱਤਰ ਨਾਟਕ ਦੇ ਵਿੱਚ ਕੀਤਾ ਹੈ, ਦਸਮ ਗ੍ਰੰਥ ਦੇ ਵਿੱਚ। ਸਤਿਗੁਰੂ ਫਰਮਾਉਂਦੇ ਨੇ, ਹਰੀ ਚੰਦ ਕੋਪੇ ਕਮਾਣੰਗ ਸੰਭਾਰੰਗ। ਹਰੀ ਚੰਦ ਨੇ ਬੜੇ ਗੁੱਸੇ ਦੇ ਵਿੱਚ ਆ ਕੇ, ਬੜੇ ਕ੍ਰੋਧ ਦੇ ਵਿੱਚ ਆ ਕੇ, ਕਿਉਂਕਿ ਸੂਰਮਾ ਉਹ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਕ੍ਰੋਧ ਦੇ ਵਿੱਚ ਆਵੇ, ਵੀਰ ਰਸ ਦੇ ਵਿੱਚ ਆਵੇ, ਫੇਰ ਹੀ ਉਹ ਜੰਗ ਦੇ ਵਿੱਚ ਲੜ ਸਕਦਾ, ਦੂਸਰੇ ਦੁਸ਼ਮਣ ਦੇ ਉੱਤੇ ਹਮਲਾ ਕਰ ਸਕਦਾ ਹੈ। ਤੇ ਜਿਸ ਦਾ ਖੂਨ ਉਬਾਲੇ ਨਹੀਂ ਖਾਂਦਾ ਸਾਧ ਸੰਗਤ ਜੀ, ਉਹ ਜੰਗ ਦੇ ਵਿੱਚ ਸੂਰਮਤਾ ਹੀ ਨਹੀਂ ਵਿਖਾ ਸਕਦਾ, ਉਹ ਤੇ ਫਿਰ ਮਰ ਜਾਂਦਾ ਹੈ। ਹਰੀ ਚੰਦ ਬੜੇ ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਆਪਣੀ ਕਮਾਨ ਨੂੰ ਫੜਦਾ ਹੈ ਤੇ ਚਿੱਲੇ ਦੇ ਉੱਤੇ ਤੀਰ ਚੜਾਉਂਦਾ ਹੈ। ਹਰੀ ਚੰਦ ਕੋਪੇ ਕਮਾਣੰਗ ਸੰਭਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ। ਸਤਿਗੁਰ ਕਹਿੰਦੇ ਨੇ ਕਿ ਹਰੀ ਚੰਦ ਨੇ ਪਹਿਲਾ ਜਿਹੜਾ ਨਿਸ਼ਾਨਾ ਹੈ ਨਾ, ਉਹ ਮੇਰੇ ਘੋੜੇ ਦਾ ਬਣਾ ਕੇ ਉਸਨੇ ਤੀਰ ਮਾਰਿਆ, ਕਿਉਂਕਿ ਸੋਚਦਾ ਸੀ ਕਿ ਗੁਰੂ ਸਾਹਿਬ ਜੀ ਦਾ ਘੋੜਾ ਜਿਹੜਾ ਹੈ ਇਹ ਵੱਡਾ ਹੈ, ਤੇ ਘੋੜੇ ਨੂੰ ਨਿਸ਼ਾਨਾ ਬਣਾਉਣਾ ਕੋਈ ਔਖਾ ਨਹੀਂ। ਪਹਿਲਾਂ ਮੈਂ ਘੋੜੇ ਨੂੰ ਮਾਰਾਂਗਾ, ਫਿਰ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰਾਂਗਾ। ਇੱਕ ਵਾਰੀ ਘੋੜਾ ਮਰ ਗਿਆ ਤੇ ਫਿਰ ਗੁਰੂ ਸਾਹਿਬ ਜੀ ਦੀ ਅੱਧੀ ਹਾਰ ਤੇ ਵੈਸੇ ਹੀ ਹੋ ਜਾਵੇਗੀ। ਇਸ ਕਰਕੇ ਉਸਨੇ ਗੁਰੂ ਸਾਹਿਬ ਜੀ ਨੂੰ ਪਹਿਲਾ ਨਿਸ਼ਾਨਾ ਨਹੀਂ ਬਣਾਇਆ, ਉਸਨੇ ਘੋੜੇ ਨੂੰ ਤੀਰ ਮਾਰਿਆ। ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ। ਪਰ ਸਤਿਗੁਰੂ ਲਿਖਦੇ ਨੇ ਬਚਿੱਤਰ ਨਾਟਕ ਦੇ ਵਿੱਚ ਕਿ ਉਹ ਜੋ ਤੀਰ ਸੀ, ਹਰੀ ਚੰਦ ਨੇ ਪਹਿਲਾ ਤੀਰ ਮਾਰਿਆ, ਉਹ ਘੋੜੇ ਨੂੰ ਵੱਜਾ ਨਹੀਂ, ਉਹ ਸਗੋਂ ਘੋੜੇ ਦੇ ਉੱਤੋਂ ਦੀ ਲੰਘ ਗਿਆ, ਘੋੜੇ ਦਾ ਨੁਕਸਾਨ ਨਹੀਂ ਹੋਇਆ। ਹੁਣ ਹਰੀ ਚੰਦ ਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਕਿ ਸਤਿਗੁਰੂ ਜੀ, ਤੁਸੀਂ ਮੈਨੂੰ ਪਹਿਲਾ ਮੌਕਾ ਦਿੱਤਾ ਸੀ ਤੇ ਪਹਿਲਾ ਮੌਕਾ ਜਿਹੜਾ ਮੇਰਾ ਖਾਲੀ ਚਲਾ ਗਿਆ ਹੈ, ਮੇਰਾ ਤੀਰ ਖਤਾ ਚਲਾ ਗਿਆ, ਖਾਲੀ ਚਲਾ ਗਿਆ ਹੈ, ਤੇ ਹੁਣ ਜੰਗ ਦੇ ਅਸੂਲਾਂ ਦੇ ਹਿਸਾਬ ਦੇ ਨਾਲ ਮੈਨੂੰ ਤੁਹਾਨੂੰ ਦੂਸਰਾ ਮੌਕਾ ਦੇਣਾ ਪਵੇਗਾ। ਹੁਣ ਤੁਹਾਡੀ ਵਾਰੀ ਹੈ, ਹੁਣ ਤੁਹਾਡਾ ਮੌਕਾ ਹੈ, ਹੁਣ ਤੁਸੀਂ ਤੀਰ ਚਲਾਓ। ਪਰ ਸਾਧ ਸੰਗਤ ਜੀ, ਬਚਿੱਤਰ ਨਾਟਕ ਪੜ੍ਹ ਕੇ ਬੜੀ ਹੈਰਾਨਗੀ ਹੁੰਦੀ ਹੈ। ਸੰਸਾਰ ਦੇ ਵਿੱਚ ਕਿਤੇ ਵੀ ਕੋਈ ਐਸਾ ਇਤਿਹਾਸ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਨਹੀਂ ਮਿਲਦਾ ਜਿੱਥੇ ਕੋਈ ਜੰਗ ਦੇ ਮੈਦਾਨ ਦੇ ਵਿੱਚ ਕੋਈ ਸੂਰਮਾ ਆਪਣੇ ਦੁਸ਼ਮਣ ਨੂੰ ਦੂਸਰਾ ਮੌਕਾ ਵੀ ਦਵੇ। ਸਤਿਗੁਰੂ ਆਖਣ ਲੱਗੇ ਕਿ ਨਹੀਂ ਹਰੀ ਚੰਦ, ਅਜੇ ਸਾਡੇ ਵਿੱਚ ਵੀਰ ਰਸ ਨਹੀਂ ਆਇਆ, ਅਜੇ ਤੂੰ ਇੱਕ ਤੀਰ ਹੋਰ ਚਲਾ। ਤੇਰਾ ਪਹਿਲਾ ਤੀਰ ਭਾਵੇਂ ਖਤਾ ਚਲਾ ਗਿਆ, ਖਾਲੀ ਚਲਾ ਗਿਆ, ਪਰ ਤੂੰ ਇੱਕ ਤੀਰ ਹੋਰ ਚਲਾ। ਹਰੀ ਚੰਦ ਬੜਾ ਹੈਰਾਨ ਹੁੰਦਾ ਤੇ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਬੜੇ ਭੋਲੇ ਨੇ, ਇਹਨਾਂ ਨੂੰ ਜੰਗ ਦੇ ਅਸੂਲਾਂ ਦਾ ਨਹੀਂ ਪਤਾ, ਇਹਨਾਂ ਨੂੰ ਰਾਜਨੀਤੀ ਦੀ ਸਮਝ ਨਹੀਂ ਹੈ। ਜੰਗ ਦੇ ਮੈਦਾਨ ਦੇ ਵਿੱਚ ਇਹ ਆਪਣੇ ਦੁਸ਼ਮਣ ਨੂੰ ਦੂਸਰਾ ਮੌਕਾ ਦੇ ਰਹੇ ਨੇ, ਇਹ ਬੜੇ ਭੋਲੇ ਨੇ, ਇਸ ਤਰ੍ਹਾਂ ਸੋਚਦਾ ਹੈ। ਸਤਿਗੁਰ ਕਹਿੰਦੇ ਕਿ ਹਰੀ ਚੰਦ ਦੂਸਰਾ ਤੀਰ ਚਲਾ। ਹੁਣ ਹਰੀ ਚੰਦ ਸਾਧ ਸੰਗਤ ਜੀ ਦੂਸਰਾ ਤੀਰ ਚਲਾਉਂਦਾ ਹੈ। ਪਹਿਲਾ ਨਿਸ਼ਾਨਾ ਤੇ ਉਹਨੇ ਤੀਰ ਦਾ ਮਾਰਿਆ ਸੀ ਸਤਿਗੁਰਾਂ ਦੇ ਘੋੜੇ ਦਾ, ਜਿਹੜਾ ਘੋੜੇ ਦੇ ਉੱਤੋਂ ਦੀ ਲੰਘ ਗਿਆ। ਦੂਸਰਾ ਨਿਸ਼ਾਨਾ ਹਰੀ ਚੰਦ ਮਾਰਨ ਲੱਗਾ ਹੈ ਗੁਰੂ ਸਾਹਿਬ ਜੀ ਦੇ ਕੰਨ ਦਾ, ਗੁਰੂ ਸਾਹਿਬ ਜੀ ਦੀ ਛਾਤੀ ਦਾ, ਛਾਤੀ ਦਾ ਨਿਸ਼ਾਨਾ ਬਣ ਕੇ ਦੂਸਰਾ ਤੀਰ ਮਾਰਨ ਲੱਗਾ ਹੈ। ਤੇ ਸਤਿਗੁਰੂ ਕੀ ਲਿਖਦੇ ਨੇ ਬਚਿੱਤਰ ਨਾਟਕ ਦੇ ਵਿੱਚ, ਦੁੱਤਿਆ ਤਾਂ ਕਿ ਤੀਰ ਮੋਕੋ ਚਲਾਇੰ
सतगुर कहते दूसरा तीर उसने मैनू मारिया मेरी छाती का निशाना बन के, पर वो छाती ते नहीं वज्जा, वो कंन नूं छूह के लंघ गया, कंन नूं टच करके लंघ गया। दुत्ते ताके तीर मोको चलायंग, रखियो दई मैं कान शवैकै सधायंग। ਕੰਨ ਨੂੰ ਛੂਹ ਕੇ ਲੰਘ ਗਿਆ। ਤੇ ਹਰੀ ਚੰਦ ਜਿਹੜਾ ਹੈ ਇਹ ਬੜਾ ਨਿਰਾਸ਼ ਹੁੰਦਾ ਹੈ, ਸੋਚਦਾ ਹੈ ਕਿ ਅੱਜ ਤੱਕ ਦੇ ਕਦੀ ਇਸ ਤਰ੍ਹਾਂ ਹੋਇਆ ਨਹੀਂ ਵੀ ਮੇਰਾ ਇੱਕ ਤੀਰ ਤੇ ਚਲੋ ਸਹੀ, ਮੇਰੇ ਦੋ ਤੀਰ ਖਾਲੀ ਚਲੇ ਗਏ, ਦੋ ਤੀਰ ਖਤਾ ਹੋ ਗਏ। ਬੜਾ ਹੈਰਾਨ ਹੁੰਦਾ ਹੈ ਤੇ ਸੋਚਦਾ ਹੈ ਕਿ ਮੈਂ ਤੇ ਜਿਸ ਨੂੰ ਵੀ ਤੀਰ ਮਾਰਦਾ ਹਾਂ, ਨਿਸ਼ਾਨਾ ਵੱਜਣ ਦੀ ਗੱਲ ਤੇ ਬੜੀ ਦੂਰ ਦੀ ਹੈ, ਨਿਸ਼ਾਨਾ ਤੇ ਟਿਕਾਣੇ ਦੇ ਵੱਜਦਾ ਹੀ ਹੈ, ਸਗੋਂ ਇੱਕ ਬੰਦੇ ਦੇ ਵਿੱਚੋਂ ਲੰਘ ਕੇ ਦੂਸਰੇ ਬੰਦੇ ਦੇ ਸਰੀਰ ਦੇ ਵਿੱਚ ਜਾ ਧੱਸਦਾ ਹੈ। ਪਰ ਇਹ ਪਤਾ ਨਹੀਂ ਅੱਜ ਕੀ ਕਹਾਣੀ ਬਣ ਰਹੀ ਹੈ ਕਿ ਮੈਂ ਦੋ ਤੀਰ ਚਲਾਏ ਨੇ ਔਰ ਮੇਰਾ ਸਭ ਤੋਂ ਵੱਡਾ ਸਾਹਮਣੇ ਮੇਰਾ ਦੁਸ਼ਮਣ ਖਲੋਤਾ ਹੈ। ਗੁਰੂ ਸਾਹਿਬ ਜੀ ਨੂੰ ਸਭ ਤੋਂ ਵੱਡਾ ਆਪਣਾ ਦੁਸ਼ਮਣ ਸਮਝਦਾ ਹੈ। ਜਿਹੜੇ ਗੁਰੂ ਦਾ ਇਹ ਸਿਧਾਂਤ ਹੈ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਉਸ ਗੁਰੂ ਨੂੰ ਹਰੀ ਚੰਦ ਆਪਣਾ ਸਭ ਤੋਂ ਵੱਡਾ ਦੁਸ਼ਮਣ ਗਿਣਦਾ ਹੈ। ਤੀਸਰਾ ਮੌਕਾ ਜਿਹੜਾ ਤੁਹਾਡਾ ਹੈ, ਹੁਣ ਤੇ ਤੁਹਾਨੂੰ ਤੀਰ ਚਲਾਉਣਾ ਹੀ ਪਵੇਗਾ। ਤੁਸੀਂ ਮੈਨੂੰ ਦੋ ਮੌਕੇ ਦੇ ਦਿੱਤੇ ਨੇ। ਗੁਰੂ ਸਾਹਿਬ ਜੀ ਆਖਣ ਲੱਗੇ ਕਿ ਹਰੀ ਚੰਦ ਨਹੀਂ, ਤੂੰ ਇੱਕ ਤੀਰ ਹੋਰ ਚਲਾ ਲਾ। ਤਿੰਨ ਮੌਕੇ ਦਿੱਤੇ ਨੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਰੀ ਚੰਦ ਨੂੰ। ਤੇ ਸਤਿਗੁਰ ਕਹਿੰਦੇ ਨੇ ਕਿ ਤ੍ਰਿਤਿ ਬਾਣ ਮਾਰਿਓ ਸੋ ਪੇਟੀ ਮਝਾਰੰ। ਤੀਸਰਾ ਤੀਰ ਜਿਹੜਾ ਹੈ ਉਹ ਹਰੀ ਘੋੜਸਵਾਰ, ਘੋੜੇ ਦੀ ਸਵਾਰੀ ਕਰਨ ਵਾਲੇ, ਉਹਨਾਂ ਨੇ ਕਮਰ ਕੱਸਾ ਕੀਤਾ ਹੁੰਦਾ ਹੈ। ਕਮਰ ਕੱਸੇ ਦੇ ਥੱਲੇ ਉਹਨਾਂ ਨੇ ਪੇਟੀ ਬੰਨੀ ਹੁੰਦੀ ਹੈ, ਬੈਲਟ ਬੰਨੀ ਹੁੰਦੀ ਹੈ। ਇਸੇ ਪ੍ਰਕਾਰ ਜਿਹੜੇ ਘੋੜਸਵਾਰ ਹੁੰਦੇ ਨੇ, ਘੋੜੇ ਦੀ ਸਵਾਰੀ ਕਰਦਿਆਂ ਉਹਨਾਂ ਦੇ ਸਰੀਰ ਦੇ ਵੀ ਕਹਿੰਦੇ ਨੇ ਤੇ ਪੇਟੀ ਦੇ ਉੱਤੇ ਉਹਨਾਂ ਨੇ ਕਮਰ ਕੱਸਾ ਕੀਤਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰੇਸ਼ਮੀ ਕੱਪੜੇ ਦਾ ਕਮਰ ਕੱਸਾ ਕੀਤਾ ਹੋਇਆ ਸੀ ਤੇ ਸਤਿਗੁਰਾਂ ਨੇ ਥੱਲੇ ਰੇਸ਼ਮੀ ਕੱਪੜੇ ਦੇ ਚਮੜੇ ਦੀ ਬੈਲਟ ਸਤਿਗੁਰਾਂ ਨੇ ਬੰਨੀ ਹੋਈ ਸੀ। ਤੀਸਰਾ ਨਿਸ਼ਾਨਾ ਜਿਹੜਾ ਸਾਧ ਸੰਗਤ ਜੀ ਹਰੀ ਚੰਦ ਗੁਰੂ ਸਾਹਿਬ ਜੀ ਦੀ ਪੇਟੀ ਦਾ ਕਮਰ ਕੱਸੇ ਦਾ ਬੰਨ ਕੇ ਮਾਰਦਾ ਹੈ। ਤ੍ਰਿਤਿ ਬਾਣ ਮਾਰਿਓ ਸੋ ਪੇਟੀ ਮਝਾਰੰ, ਬੇਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਤੀਸਰਾ ਨਿਸ਼ਾਨਾ ਸੀ ਨਾ, ਜਿਹੜਾ ਤੀਸਰਾ ਤੀਰ ਉਸਨੇ ਚਿੱਲੇ ਤੇ ਚੜਾ ਕੇ ਕਮਾਂਡ ਤੇ ਉਸਨੇ ਮਾਰਿਆ ਸਾਡਾ ਪੇਟੀ ਦਾ ਨਿਸ਼ਾਨਾ ਬਣ ਕੇ, ਇਹ ਟਿਕਾਣੇ ਦੇ ਵੱਜ ਗਿਆ। ਪਹਿਲੇ ਜਿਹੜੇ ਦੋ ਸੀ ਉਹ ਖਤਾ ਹੋ ਗਏ, ਖਾਲੀ ਹੋ ਗਏ। ਘੋੜੇ ਦਾ ਵੀ ਖਾਲੀ ਹੋ ਗਿਆ, ਜਿਹੜਾ ਘੋੜੇ ਨੂੰ ਬੰਨ ਕੇ ਮਾਰਿਆ ਸੀ ਉਹ ਘੋੜੇ ਦੇ ਉੱਤੋਂ ਦੀ ਲੰਘ ਗਿਆ। ਦੂਸਰਾ ਮਾਰਿਆ ਸੀ ਛਾਤੀ ਦਾ ਬੰਨ ਕੇ, ਉਹ ਜਿਹੜਾ ਦੂਸਰਾ ਤੀਰ ਜਿਹੜਾ ਛਾਤੀ ਦਾ ਬੰਨ ਕੇ ਤੀਰ ਨਿਸ਼ਾਨਾ ਮਾਰਿਆ ਸੀ ਉਹ ਕੰਨ ਦੇ ਲਾਗੋਂ ਦੀ ਲੰਘ ਗਿਆ। ਤੇ ਤੀਸਰਾ ਤੀਰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਟਿਕਾਣੇ ਦੇ ਵੱਜ ਗਿਆ। ਚੁਬੀ ਚਿੰਚ ਚਰਮੰ ਕਸ਼ਕਾਏ ਨਾ ਆਯੰ। ਸਤਿਗੁਰ ਕਹਿੰਦੇ ਨੇ ਕਿ ਇਹ ਰੇਸ਼ਮੀ ਕੱਪੜੇ ਨੂੰ ਪਾੜ ਕੇ, ਤੇ ਕਿਉਂਕਿ ਪੇਟੀ ਦੇ ਉੱਤੇ ਰੇਸ਼ਮੀ ਕੱਪੜਾ ਬੰਨਿਆ ਸੀ, ਉਸਨੇ ਤੀਰ ਮਾਰਿਆ ਇਤਨੀ ਜ਼ੋਰ ਦੀ ਕਿ ਰੇਸ਼ਮੀ ਕੱਪੜੇ ਦੇ ਵਿੱਚੋਂ ਦੀ ਲੰਘ ਕੇ, ਪੇਟੀ ਦੇ ਵਿੱਚੋਂ ਲੰਘ ਕੇ, ਦੋ ਚੀਜ਼ਾਂ ਦੇ ਵਿੱਚੋਂ ਦੀ ਲੰਘ ਕੇ ਸਤਿਗੁਰਾਂ ਦੇ ਢਿੱਡ ਦੇ ਵਿੱਚ ਆ ਕੇ ਲੱਗਾ। ਪਰ ਸਤਿਗੁਰ ਕਹਿੰਦੇ ਕਿ ਉਸ ਦੀ ਮਾੜੀ ਜੀ ਬਸ ਚੌਂਜੀ ਜਿਹੜੀ ਹੈ ਨਾ ਤੀਰ ਦੀ, ਉਹ ਹੀ ਚੁੱਭੀ ਮੇਰੇ, ਬਹੁਤਾ ਮੇਰਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਬਹੁਤਾ ਜ਼ਖਮ ਨਹੀਂ ਆਇਆ। ਇੱਕ ਬੂੰਦ ਕਿਤੇ ਲਹੂ ਦੀ ਜਿਹੜੀ ਨਿਕਲੀ ਹੈ। ਚੁਬੀ ਚਿੰਜ ਚਰਮੰ ਕਸ਼ਕਾਏ ਨਾ ਆਯੰ, ਕੋਈ ਬਹੁਤਾ ਵੱਡਾ ਘਾਓ ਜ਼ਖਮ ਨਹੀਂ ਆਇਆ। ਕੱਲ ਕੇਵਲੰਗ ਜਾਨ ਦਾਸੰਗ ਬਚਾਇੰਗ। ਸਤਿਗੁਰ ਕਹਿੰਦੇ ਕਿ ਪਰਮਾਤਮਾ ਨੇ ਮੈਨੂੰ ਆਪਣਾ ਦਾਸ ਜਾਣ ਕੇ ਮੈਨੂੰ ਬਚਾ ਲਿਆ। ਚੌਪਈ ਸਾਹਿਬ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਨਾ, ਸਤਿਗੁਰ ਕਹਿੰਦੇ ਨੇ ਕਿ ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲੇਹੋ ਉਭਾਰੀ, ਸਰਬ ਠੋਰਮੋ ਹੋ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਉਹ ਪ੍ਰਭੂ ਮੈਨੂੰ ਆਪ ਹੀ ਦੁਸ਼ਟਾਂ ਤੋਂ ਬਚਾਉਣ ਵਾਲਾ ਹੈ। ਤੇ ਸਤਿਗੁਰੂ ਪਹਿਲੀ ਪੌੜੀ ਦੇ ਵਿੱਚ ਵੀ ਫਰਮਾਉਂਦੇ ਨੇ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਆਪਣਾ ਜਾਨ ਕਰੋ ਪ੍ਰਤਪਾਰਾ। ਸਤਿਗੁਰ ਕਹਿੰਦੇ ਕਿ ਆਪਣੇ ਸੇਵਕਾਂ ਨੂੰ ਉਹ ਆਪ ਹੱਥ ਦੇ ਕੇ ਰੱਖਦਾ ਹੈ। ਜਦੋਂ ਸਾਧ ਸੰਗਤ ਜੀ ਤੀਸਰਾ ਤੀਰ ਸਤਿਗੁਰਾਂ ਦੇ ਕਮਰ ਕੱਸੇ ਨੂੰ ਪਾੜ ਕੇ ਪੇਟੀ ਦੇ ਵਿੱਚੋਂ ਲੰਘ ਕੇ ਢਿੱਡ ਦੇ ਵਿੱਚ ਆ ਕੇ ਵੱਜਾ, ਭਾਵੇਂ ਇੱਕ ਬੂੰਦ ਹੀ ਕਿਤੇ ਲਹੂ ਦੀ ਨਿਕਲੀ ਹੈ, ਕੋਈ ਬਹੁਤਾ ਜ਼ਖਮ ਨਹੀਂ ਆਇਆ। ਤਾਂ ਸਤਿਗੁਰ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ ਕਿ ਹੇ ਹਰੀ ਚੰਦ,
ਤੈਨੂੰ ਅਸੀਂ 3 ਮੌਕੇ ਦਿੱਤੇ ਸੀ, 3 ਤੂੰ ਤੀਰ ਸਾਡੇ ਤੇ ਚਲਾਏ, ਪਹਿਲੇ 2 ਖਤਾ ਹੋ ਗਏ, ਤੀਸਰਾ ਤੀਰ ਜਿਹੜਾ ਸਾਡੇ ਟਿਕਾਣੇ ਤੇ, ਸਾਡੇ ਸਰੀਰ ਤੇ ਟਿਕਾਣੇ ਤੇ ਆ ਕੇ ਵੱਜ ਗਿਆ, ਤੇਰੇ ਵੱਲੋਂ ਟਿਕਾਣੇ ਤੇ ਵੱਜਾ ਹੈ। ਪਰ ਹੁਣ ਅਸੀਂ ਤੈਨੂੰ ਹੋਰ ਮੌਕਾ ਨਹੀਂ ਦੇਣਾ, ਹੁਣ ਸਾਡਾ ਵੀਰ ਰਸ ਜਾਗ ਗਿਆ ਹੈ, ਹੁਣ ਤੂੰ ਕਿਸੇ ਦਾ ਵੀ ਵਾਸਤਾ ਪਾ, ਹੁਣ ਅਸੀਂ ਤੈਨੂੰ ਬਖਸ਼ਣਾ ਨਹੀਂ ਹੈ। ਸਤਿਗੁਰ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਵੀ ਹੁਣ ਸਾਡੇ ਵਿੱਚ ਰੋਸ ਪੈਦਾ ਹੋ ਗਿਆ, ਹੁਣ ਸਾਡੇ ਵਿੱਚ ਵੀਰ ਰਸ ਆ ਗਿਆ ਹੈ। ਜਿਹੜੇ ਰੱਬ ਦੇ ਭਗਤ ਹੁੰਦੇ ਨੇ ਗੁਰਮੁਖੋ, ਉਹਨਾਂ ਦੇ ਵਿੱਚ ਕ੍ਰੋਧ ਨਹੀਂ ਹੁੰਦਾ, ਉਹਨਾਂ ਦੇ ਵਿੱਚ ਵੀਰ ਰਸ ਹੁੰਦਾ ਹੈ। ਸਤਿਗੁਰ ਕਹਿੰਦੇ ਫਿਰ ਮੈਂ ਤੀਰ ਚੜਾਇਆ ਚੱਲੇ ਤੇ ਕਮਾਨ ਤੇ ਮੈਂ ਤੀਰ ਮਾਰਿਆ ਹਰੀ ਚੰਦ ਨੂੰ। ਹਰੀ ਚੰਦ ਨੇ ਆਪਣਾ ਸਾਰਾ ਸਰੀਰ ਲੋਹੇ ਦੇ ਨਾਲ ਢੱਕਿਆ ਹੋਇਆ ਸੀ, ਤੇ ਹਰੀ ਚੰਦ ਸੋਚਦਾ ਹੈ ਕਿ ਮੈਂ ਤੇ ਆਪਣਾ ਸਾਰਾ ਸਰੀਰ ਲੋਹੇ ਦੇ ਨਾਲ ਢੱਕਿਆ ਹੋਇਆ ਹੈ, ਗੁਰੂ ਸਾਹਿਬ ਜੀ ਮੈਨੂੰ ਤੀਰ ਕਿੱਥੇ ਮਾਰਨਗੇ। ਪਰ ਸਤਿਗੁਰਾਂ ਨੇ ਉਸਦੇ ਕੰਨ ਦਾ ਨਿਸ਼ਾਨਾ ਬਣਾ ਕੇ ਮਾਰਿਆ, ਇੱਕ ਕੰਨ ਦੇ ਵਿੱਚੋਂ ਨਿਕਲ ਕੇ ਵੜ ਕੇ ਸਾਧ ਸੰਗਤ ਜੀ ਦੂਸਰੇ ਕੰਨ ਦੇ ਵਿੱਚੋਂ ਉਹਦੀ ਨਿਕਲ ਗਿਆ, ਤੇ ਘੋੜੇ ਤੋਂ ਥੱਲੇ ਡਿੱਗ ਕੇ ਉਸੇ ਟਾਈਮ ਮਰ ਗਿਆ। ਹਰੀ ਚੰਦ ਮਾਰੇ ਸੋ ਯੋਧਾ ਲਤਾਰੇ, ਸਤਿਗੁਰ ਕਹਿੰਦੇ ਹਰੀ ਚੰਦ ਨੂੰ ਮੈਂ ਮਾਰ ਦਿੱਤਾ, ਤੇ ਉਸ ਦੀ ਜਿਤਨੀ ਫੌਜ ਸੀ ਸਾਰੀ ਅੱਡੀਆਂ ਨੂੰ ਥੁੱਕ ਲਾ ਕੇ ਉੱਥੋਂ ਭੱਜ ਗਈ। ਤੇ ਸਤਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਫਰਮਾਉਂਦੇ ਨੇ, ਇਹ ਨਹੀਂ ਆਖਿਆ ਵੀ ਮੇਰੀ ਜਿੱਤ ਹੋਈ, ਆਖਣ ਲੱਗੇ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਹੇ ਪ੍ਰਭੂ ਇਹ ਤੇਰੀ ਜਿੱਤ ਹੋਈ ਹੈ, ਤੇਰੀ ਬਖਸ਼ਿਸ਼ ਦੇ ਨਾਲ ਮੈਨੂੰ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਹੋਈ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚਦੇ ਨੇ, ਸਤਿਗੁਰੂ ਜੀ ਉੱਥੇ ਬਹੁਤ ਲੰਬਾ ਸਮਾਂ ਰਹੇ ਨੇ, ਤੇ ਉੱਥੇ ਔਰੰਗਜ਼ੇਬ ਦੇ ਕੁਝ ਅਹਿਲਕਾਰ ਸਤਿਗੁਰੂ ਜੀ ਦੇ ਕੋਲ ਆਉਂਦੇ ਨੇ, ਜੋ ਗੁਰੂ ਸਾਹਿਬ ਜੀ ਦੇ ਮੁਰੀਦ ਨੇ, ਸਤਿਗੁਰਾਂ ਦੇ ਵਿੱਚ ਸ਼ਰਧਾ ਰੱਖਦੇ ਨੇ, ਪ੍ਰੇਮ ਰੱਖਦੇ ਨੇ। ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸੰਧੀ ਕਰਾ ਦਿੱਤੀ ਜਾਵੇ, ਸੁਲਾਹ ਕਰਾ ਦਿੱਤੀ ਜਾਵੇ। ਸਤਿਗੁਰੂ ਆਖਣ ਲੱਗੇ ਕਿ ਠੀਕ ਹੈ, ਪਰ ਸੁਲਾਹ ਦੀ ਸੰਧੀ ਦੀ ਕੋਈ ਸ਼ਰਤ, ਕਿਉਂਕਿ ਜਦੋਂ ਕਿਤੇ ਕੋਈ ਝਗੜਾ ਹੁੰਦਾ ਹੈ, ਜਿਸ ਤਰ੍ਹਾਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕਸ਼ਮੀਰ ਕਰਕੇ ਝਗੜਾ ਚੱਲ ਰਿਹਾ, ਤੇ ਇੰਨਾ ਵੱਡਾ ਸਾਧ ਸੰਗਤ ਜੀ ਜਿਹੜਾ ਰੌਲਾ ਹੈ, ਇੰਨਾ ਵੱਡਾ ਜਿਹੜਾ ਫਸਾਦ ਹੈ, ਇਹ ਬਗੈਰ ਸ਼ਰਤਾਂ ਦੇ, ਬਗੈਰ ਕੰਡੀਸ਼ਨਸ ਦੇ ਇਹ ਹੱਲ ਨਹੀਂ ਹੋ ਸਕਦਾ। ਸਤਿਗੁਰੂ ਆਖਣ ਲੱਗੇ ਕਿ ਸਾਡੀ ਸੁਲਾਹ ਕਰਾ ਦੇਵੋ, ਸਾਨੂੰ ਇਸ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ, ਪਰ ਇਸ ਦੀ ਕੋਈ ਸ਼ਰਤ। ਤੇ ਅਹਿਲਕਾਰ ਆਖਣ ਲੱਗੇ ਕਿ ਸਤਿਗੁਰੂ ਜੀ ਸ਼ਰਤ ਹੈ। ਗੁਰੂ ਜੀ ਆਖਣ ਲੱਗੇ ਕਿ ਸ਼ਰਤ ਕੀ ਹੈ। ਅਹਿਲਕਾਰ ਆਖਣ ਲੱਗੇ ਸਤਿਗੁਰੂ ਜੀ ਤੁਹਾਡੀਆਂ ਫੌਜਾਂ ਵੀ ਮਰ ਗਏ, ਖਤਮ ਹੋ ਗਈਆਂ, ਤੁਹਾਡੇ ਸਿੰਘ ਸ਼ਹੀਦ ਹੋ ਗਏ ਨੇ, ਤੁਹਾਡਾ ਹੁਣ ਤਖਤ ਵੀ ਨਹੀਂ ਹੈ ਤੁਹਾਡੇ ਕੋਲ, ਅਨੰਦਪੁਰ ਸਾਹਿਬ ਜਿਹੜਾ ਹੈ ਉਹ ਵੀ ਖਤਮ ਹੋ ਗਿਆ ਹੈ, ਹੁਣ ਤੁਹਾਡੇ ਕੋਲ ਰਾਜ ਨਹੀਂ ਹੈ, ਤੁਹਾਡੇ ਸਿੰਘ ਨਹੀਂ ਹਨ, ਨਾ ਤੁਹਾਡੇ ਕੋਲ ਬਾਜ ਹੈ, ਨਾ ਤੁਹਾਡੇ ਕੋਲ ਘੋੜਾ ਹੈ, ਤੇ ਗੁਰੂ ਜੀ ਤੁਸੀਂ ਹਾਰ ਮੰਨ ਲਵੋ, ਤੁਹਾਡੇ ਕੋਲ ਹੁਣ ਕੁਝ ਨਹੀਂ ਹੈ। ਸਤਿਗੁਰੂ ਜੀ ਆਖਣ ਲੱਗੇ ਕਿ ਤੁਸੀਂ ਇਹ ਕਿਸ ਤਰ੍ਹਾਂ ਕਹਿ ਦਿੱਤਾ ਕਿ ਮੇਰੇ ਕੋਲ ਕੁਝ ਨਹੀਂ ਹੈ, ਮੇਰੇ ਕੋਲ ਅਜੇ ਵੀ ਕੁਝ ਹੈ, ਜਿਹੜਾ ਦੁਨੀਆ ਦੇ ਸਾਰੇ ਖਜ਼ਾਨਿਆਂ ਨਾਲੋਂ ਕੀਮਤੀ ਹੈ। ਅਹਿਲਕਾਰ ਆਖਣ ਲੱਗੇ ਕਿ ਸਤਿਗੁਰੂ ਜੀ ਸਾਨੂੰ ਤਾਂ ਕੁਝ ਦਿਖਾਈ ਨਹੀਂ ਦਿੰਦਾ ਇੱਥੇ, ਨਾ ਤੁਹਾਡੇ ਕੋਲ ਘੋੜਾ ਹੈ, ਨਾ ਬਾਜ ਹੈ, ਤੁਹਾਡੇ ਕੋਲ ਕੀ ਹੈ ਸਾਨੂੰ ਵੀ ਦੱਸੋ ਭਲਾ, ਤੁਹਾਡੇ ਕੋਲ ਕੀ ਹੈ ਇਹੋ ਜਿਹਾ ਵੀ ਜਿਹੜਾ ਤੁਸੀਂ ਸਾਰੀ ਦੁਨੀਆ ਦੇ ਖਜ਼ਾਨੇ ਨਾਲੋਂ ਕੀਮਤੀ ਦੱਸ ਰਹੇ ਹੋ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜ਼ਫਰਨਾਮੇ ਦੇ ਵਿੱਚ ਲਿਖਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਸਾਜ਼ੋ ਦਾ ਮਤਲਬ ਹੁੰਦਾ ਹੈ ਸਮਾਨ, ਜੋ ਕੀਮਤੀ ਭੇਟਾਵਾਂ ਰਾਜਾ ਰਤਨ ਰਾਏ ਵਰਗੇ ਅਸਾਮ ਦੇ ਜਿਹੜੇ ਰਾਜੇ ਸਨ, ਜਾਂ ਹੋਰ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਸਨ, ਕਾਬਲ ਕੰਧਾਰ ਤੋਂ ਬੜੀ ਬੜੀ ਦੂਰੋਂ ਜਿਹੜੇ ਗੁਰੂ ਸਾਹਿਬ ਜੀ ਦੇ ਵਿੱਚ ਸ਼ਰਧਾ ਰੱਖਣ ਵਾਲੇ ਸਨ, ਗੁਰੂ ਸਾਹਿਬ ਜੀ ਦੇ ਪ੍ਰੇਮੀ ਸਿੱਖ ਸਨ, ਬੜੀ ਬੜੀ ਦੂਰੋਂ ਭੇਟਾ ਲੈ ਕੇ ਆਉਂਦੇ ਸਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਸਨ। ਸਤਿਗੁਰ ਕਹਿੰਦੇ ਠੀਕ ਹੈ, ਸਾਡੇ ਕੋਲ ਹੁਣ ਇਹੋ ਜਿਹੀ ਚੀਜ਼ਾਂ ਨਹੀਂ ਹਨ, ਉਹ ਸਭ ਅਨੰਦਪੁਰ ਸਾਹਿਬ ਹੀ ਰਹਿ ਗਈਆਂ ਨੇ। ਨਾ ਸਾਜ਼ੋ ਨਾ ਬਾਜ਼ੋ, ਬਾਜ਼ੋ ਦਾ ਅਰਥ ਹੈ ਕਿ ਨਾ ਮੇਰੇ ਕੋਲ ਬਾਜ ਹੈ, ਨਾ ਫੌਜੋ ਨਾ ਫਰਸ਼, ਨਾ ਮੇਰੇ ਕੋਲ ਹੁਣ ਫੌਜ ਹੈ, ਮੇਰੇ ਸਿੰਘ ਵੀ ਬੜੇ ਸਾਰੇ ਸ਼ਹੀਦ ਹੋ ਗਏ ਨੇ, ਨਾ ਫਰਸ਼। ਫਰਸ਼ ਦਾ ਮਤਲਬ ਹੁੰਦਾ ਹੈ ਗਲੀਚੇ, ਕੀਮਤੀ ਦਰੀਆਂ, ਚੰਦੋਏ। ਸਤਿਗੁਰ ਕਹਿੰਦੇ ਠੀਕ ਹੈ, ਮੇਰੇ ਕੋਲ ਇਹ ਹੁਣ ਕੁਝ ਵੀ ਨਹੀਂ ਹੈ, ਪਰ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼, ਮੇਰੇ ਕੋਲ ਪਰਮਾਤਮਾ ਦਾ ਨਾਮ ਹੈ, ਜੋ ਸਭ ਤੋਂ ਕੀਮਤੀ ਹੈ,
ਜਿਸ ਦੀ ਬਰਾਬਰੀ ਦੁਨੀਆ ਦੀ ਸਾਰੀ ਦੌਲਤ ਰੱਤੀ ਭਰ ਵੀ ਨਹੀਂ ਕਰ ਸਕਦੀ, ਕਿਨਕਾ ਮਾਤਰ ਵੀ ਨਹੀਂ ਕਰ ਸਕਦੀ। ਅਹਿਲਕਾਰ ਗੁਰੂ ਜੀ ਨੂੰ ਆਖਣ ਲੱਗੇ ਕਿ ਠੀਕ ਹੈ ਗੁਰੂ ਜੀ, ਤੁਸੀਂ ਹਾਰ ਨਾ ਮੰਨੋ, ਪਰ ਅਸੀਂ ਚਾਹੁੰਦੇ ਹਾਂ ਕਿ ਹੁਣ ਅਸੀਂ ਆਏ ਆ, ਇਤਨੀ ਦੂਰੋਂ ਆਏ ਆ, ਬਾਦਸ਼ਾਹ ਔਰੰਗਜ਼ੇਬ ਦੇ ਕੋਲੋਂ ਆਏ ਆ, ਤੇ ਅਸੀਂ ਤੁਹਾਨੂੰ ਆਪਣਾ ਮੁਰਸ਼ਿਦ ਮੰਨਦੇ ਆ, ਤੁਹਾਡੇ ਨਾਲ ਸਾਡਾ ਪ੍ਰੇਮ ਹੈ। ਤੁਸੀਂ ਹਾਰ ਭਾਵੇਂ ਨਾ ਮੰਨੋ, ਪਰ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਹੱਥ ਜੋੜ ਕੇ ਕਿ ਤੁਸੀਂ ਸਾਨੂੰ ਚਲੋ ਇਤਨਾ ਹੀ ਲਿਖ ਕੇ ਦੇ ਦੇਵੋ ਕਿ ਤੁਹਾਡੇ ਚਾਰੇ ਬੱਚੇ ਸ਼ਹੀਦ ਹੋ ਗਏ ਨੇ, ਤੁਹਾਡੇ ਬੱਚੇ ਸ਼ਹੀਦ ਹੋ ਗਏ ਨੇ, ਤੁਸੀਂ ਇਤਨਾ ਹੀ ਲਿਖ ਕੇ ਦੇ ਦੇਵੋ। ਤੇ ਬੜੀ ਕਮਾਲ ਦੀ ਉਦਾਹਰਨ ਜਿਹੜੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਿੰਦੇ ਨੇ ਉਹਨਾਂ ਅਹਿਲਕਾਰਾਂ ਨੂੰ, ਜੋ ਸਤਿਗੁਰਾਂ ਦਾ ਜਵਾਬ ਹੈ। ਸਤਿਗੁਰ ਕਹਿੰਦੇ ਨੇ ਕਿ ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੀ ਸ਼ਿਕੰਦ, ਕੀਮਤੇ ਸੰਗ ਨਿਫਜ਼ਾਇਦ व ਜ਼ਰਕਮ ਨਾ ਸ਼ੂਦ। ਫਾਰਸੀ ਦੇ ਵਿੱਚ ਸਤਿਗੁਰੂ ਜੀ ਜ਼ਫਰਨਾਮੇ ਦੇ ਵਿੱਚ ਲਿਖਦੇ ਨੇ ਕਿ ਤੁਸੀਂ ਮੈਨੂੰ ਇਹ ਲਿਖਣ ਵਾਸਤੇ ਕਹਿ ਰਹੇ ਹੋ, ਬਾਦਸ਼ਾਹ ਦੇ ਨਾਲ ਮੇਰੀ ਸੁਲਾਹ ਕਰਾਉਣ ਵਾਸਤੇ, ਕਿ ਮੈਂ ਇਤਨਾ ਹੀ ਲਿਖ ਦੇਵਾਂ ਕਿ ਮੇਰੇ ਬੱਚੇ ਸ਼ਹੀਦ ਹੋ ਗਏ ਨੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ। ਸਤਿਗੁਰ ਕਹਿੰਦੇ ਕਿ ਜੇਕਰ ਕੋਈ ਦੁਸ਼ਟ ਬੰਦਾ, ਕੋਈ ਪਾਪੀ ਬੰਦਾ ਭਾਰੀ ਭਰਕਮ ਪੱਥਰ ਲੈ ਕੇ ਸੋਨੇ ਦੇ ਪਿਆਲੇ ਦੇ ਉੱਤੇ ਪੱਥਰ ਸੁੱਟਦਾ ਹੈ, ਮੈਂ ਮੰਨਦਾ ਹਾਂ, ਸਤਿਗੁਰ ਕਹਿੰਦੇ ਨੇ ਕਿ ਮੈਂ ਮੰਨਦਾ ਹਾਂ ਕਿ ਉਸ ਪੱਥਰ ਦੇ ਨਾਲ ਸੋਨੇ ਦਾ ਪਿਆਲਾ ਟੁੱਟ ਜਾਵੇਗਾ, ਪਰ ਨਾ ਟੁੱਟ ਕੇ ਵੀ ਪੱਥਰ ਨੇ ਪੱਥਰ ਰਹਿਣਾ ਹੈ, ਟੁੱਟ ਕੇ ਵੀ ਸੋਨੇ ਨੇ ਸੋਨਾ ਰਹਿਣਾ ਹੈ। ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਵਧਣੀ ਨਹੀਂ, ਤੇ ਟੁੱਟ ਕੇ ਵੀ ਸੋਨੇ ਦੀ ਕੀਮਤ ਘਟਣੀ ਨਹੀਂ। ਨਾ ਟੁੱਟ ਕੇ ਵੀ ਔਰੰਗਜ਼ੇਬ ਨੇ ਜ਼ਾਲਮ ਖਵਾਉਣਾ ਹੈ, ਤੇ ਟੁੱਟ ਕੇ ਵੀ ਮੇਰੇ ਬੱਚਿਆਂ ਨੇ ਸ਼ਹੀਦ ਖਵਾਉਣਾ ਹੈ। ਬੜੀ ਗਜ਼ਬ ਦੀ ਉਦਾਹਰਨ ਸਤਿਗੁਰੂ ਜੀ ਦਿੰਦੇ ਨੇ। ਅਹਿਲਕਾਰ ਕਹਿੰਦੇ ਨੇ ਕਿ ਸਤਿਗੁਰੂ, ਤੁਸੀਂ ਹੱਥ ਦੇ ਵਿੱਚ ਸ਼ਸਤਰ ਫੜੇ ਹੋਏ ਨੇ, ਤੇ ਪੀਰਾ ਫਕੀਰਾ ਗੁਰੂਆਂ ਨੂੰ ਸ਼ਸਤਰਧਾਰੀ ਹੋਣਾ ਸ਼ੋਭਦਾ ਨਹੀਂ, ਤੁਹਾਡੇ ਹੱਥ ਦੇ ਵਿੱਚ ਮਾਲਾ ਚਾਹੀਦੀ ਹੈ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਪੂਰਨ ਪੁਰਖ ਬਣਾਇਆ ਹੈ, ਸਤਿਗੁਰਾਂ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਜੇਕਰ ਸਾਡੇ ਹੱਥ ਦੇ ਵਿੱਚ ਕੇਵਲ ਮਾਲਾ ਹੈ, ਸਾਡੇ ਕੋਲ ਸ਼ਸਤਰ ਨਹੀਂ ਹੈ, ਸਾਧ ਸੰਗਤ ਜੀ, ਫਿਰ ਅਸੀਂ ਆਪਣੀ ਇੱਜ਼ਤ ਦੀ, ਆਪਣੀ ਆਬਰੂ ਦੀ, ਆਪਣੀ ਜਾਨ ਦੀ, ਆਪਣੇ ਘਰ-ਬਾਰ ਦੀ ਰਾਖੀ ਨਹੀਂ ਕਰ ਸਕਦੇ। ਸਤਿਗੁਰਾਂ ਨੇ ਸਾਨੂੰ ਪੂਰਨ ਪੁਰਖ ਬਣਾਇਆ, ਸਾਨੂੰ ਸਿਪਾਹੀ ਵੀ ਬਣਾ ਦਿੱਤਾ ਹੈ ਨਾਲ। ਤੇ ਜੇਕਰ ਅਸੀਂ ਕੇਵਲ ਸਿਪਾਹੀ ਹਾਂ, ਸਾਡੇ ਹੱਥ ਦੇ ਵਿੱਚ ਮਾਲਾ ਨਹੀਂ ਹੈ, ਸਾਡੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ, ਤੇ ਫਿਰ ਅਸੀਂ ਜ਼ਾਲਮ ਬਣ ਜਾਵਾਂਗੇ, ਜਿਸ ਤਰ੍ਹਾਂ ਔਰੰਗਜ਼ੇਬ ਜ਼ਾਲਮ ਬਣ ਗਿਆ, ਜਿਸ ਤਰ੍ਹਾਂ ਹਿਟਲਰ ਜ਼ਾਲਮ ਬਣ ਗਿਆ, ਜਿਸ ਤਰ੍ਹਾਂ ਚੰਗੇਜ਼ ਖਾਨ ਜ਼ਾਲਮ ਬਣ ਗਿਆ, ਜਿਨ੍ਹਾਂ ਦੇ ਹੱਥ ਦੇ ਵਿੱਚ ਸ਼ਸਤਰ ਸੀ ਪਰ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਸੀ, ਉਹਨਾਂ ਦੇ ਹੱਥ ਦੇ ਵਿੱਚ ਮਾਲਾ ਨਹੀਂ ਸੀ। ਸਤਿਗੁਰਾਂ ਨੇ ਸਾਨੂੰ ਪੂਰਨ ਪੁਰਖ ਬਣਾਇਆ ਹੈ, ਇਸ ਕਰਕੇ ਸਤਿਗੁਰਾਂ ਨੇ ਜਿੱਥੇ ਸਾਡੇ ਹੱਥ ਦੇ ਵਿੱਚ ਮਾਲਾ ਦਿੱਤੀ ਹੈ, ਉੱਥੇ ਸਤਿਗੁਰਾਂ ਨੇ ਸਾਨੂੰ ਸ਼ਸਤਰ ਵੀ ਫੜਾਇਆ ਹੈ, ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਜਦੋਂ ਗੁਰੂ ਸਾਹਿਬ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਇਸੇ ਕਰਕੇ ਸਤਿਗੁਰਾਂ ਨੇ ਸਾਨੂੰ 5 ਕਕਾਰੀ ਵਰਦੀ ਦੇ ਵਿੱਚ ਕਿਰਪਾਨ ਵੀ ਲਾਜ਼ਮੀ ਕਰ ਦਿੱਤੀ ਹੈ। ਗੁਰੂ ਸਾਹਿਬ ਜੀ ਆਖਣ ਲੱਗੇ, ਬਾ ਲਾਚਾਰਗੀ ਦਰਮਿਆ ਆਮਦਮ, ਬਾ ਤਤਬੀਰ ਤੀਰੋ ਤੁਫੰਗ ਆਮਦਮ। ਸਤਿਗੁਰ ਕਹਿੰਦੇ ਨੇ ਉਹਨਾਂ ਅਹਿਲਕਾਰਾਂ ਨੂੰ ਕਿ ਮੈਨੂੰ ਕੋਈ ਜੰਗ ਕਰਨ ਦਾ ਸ਼ੌਂਕ ਨਹੀਂ ਸੀ, ਮੈਂ ਤੇ ਮਜਬੂਰ ਹੋ ਗਿਆ, ਮੈਨੂੰ ਇਹਨਾਂ ਨੇ ਮਜਬੂਰ ਕਰ ਦਿੱਤਾ, ਇਸ ਕਰਕੇ ਮੈਂ ਲਾਚਾਰ ਹੋ ਕੇ, ਮਜਬੂਰ ਹੋ ਕੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਬੰਦੂਕ ਤੇ ਤਲਵਾਰ ਫੜ ਕੇ ਆਇਆ ਹਾਂ। ਫਿਰ ਸਤਿਗੁਰ ਕਹਿੰਦੇ, ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ, ਉਸ ਵੇਲੇ ਫਿਰ ਕਿਰਪਾਨ ਦੇ ਉੱਤੇ ਹੱਥ ਪੈਣਾ ਇਹ ਸੂਰਮਿਆਂ ਦਾ ਕੰਮ ਹੈ। ਉਦੋਂ ਫਿਰ ਹੱਥ ਦੇ ਵਿੱਚ ਕਿਰਪਾਨ ਹੋਣੀ ਚਾਹੀਦੀ ਹੈ, ਕਿਉਂਕਿ ਬਗੈਰ ਸ਼ਸਤਰ ਤੋਂ ਫਿਰ ਅਸੀਂ ਆਪਣੀ ਰਾਖੀ ਨਹੀਂ ਕਰ ਸਕਦੇ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ। ਜੋਗੀ ਅਲੈਜ਼ਰ ਖਾਂ ਲਿਖਦਾ ਹੈ ਕਿ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜਿੰਨੀ ਵਡਿਆਈ ਕੀਤੀ ਜਾਵੇ ਉਨੀ ਘੱਟ ਹੈ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬੈਰ ਕੋ ਦੇਖੇ, ਸਾਹਿਲ ਕੋ ਜਾਂ ਮੰਝਦਾਰ ਕੋ ਜਾਂ ਲਹਿਰ ਕੋ ਦੇਖੇ। ਭਾਵ ਅਲੈਜ਼ਰ ਖਾਂ ਕਹਿੰਦਾ ਹੈ ਕਿ ਇੱਕ ਪਾਣੀ ਦਾ ਬੁਲਬੁਲਾ ਜਿਹੜਾ ਹੈ, ਉਹ ਸਮੁੰਦਰ ਦਾ ਭਲਾ ਕੀ ਅੰਤ ਪਾ ਸਕਦਾ ਹੈ,
ਪਾਣੀ ਦਾ ਬੁਲਬੁਲਾ ਸਮੁੰਦਰ ਦੀ ਡੂੰਘਾਈ ਨਾਪੇਗਾ, ਜਾਂ ਫਿਰ ਉਹ ਸਮੁੰਦਰ ਦੇ ਕੰਢੇ ਨੂੰ ਲੱਭ ਲਵੇਗਾ, ਜਾਂ ਉਹ ਸਮੁੰਦਰ ਦੀਆਂ ਲਹਿਰਾਂ ਦੀ ਗਿਣਤੀ ਕਰ ਲਵੇਗਾ। ਸਮੁੰਦਰ ਦੇ ਸਾਹਮਣੇ ਬੁਲਬੁਲੇ ਦੀ ਕੀ ਹਸਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਮੁੰਦਰ ਨੇ, ਤੇ ਸਤਿਗੁਰਾਂ ਦੇ ਜੀਵਨ ਦਾ ਗੁਰਮੁਖੋਂ ਅਸੀਂ ਅੰਤ ਨਹੀਂ ਪਾ ਸਕਦੇ। ਇੱਕ ਲੂਣ ਦੀ ਭਰੀ ਹੋਈ ਬੋਰੀ ਸਮੁੰਦਰ ਦਾ ਅੰਤ ਲੱਭਣ ਵਾਸਤੇ ਚਲੇ ਗਈ, ਪਰ ਜਦੋਂ ਉਸ ਨੂੰ ਸਮੁੰਦਰ ਦੇ ਵਿੱਚ ਸੁੱਟਿਆ ਗਿਆ ਤੇ ਫਿਰ ਉਹ ਸਮੁੰਦਰ ਦਾ ਹੀ ਰੂਪ ਹੋ ਗਈ, ਸਮੁੰਦਰ ਦੇ ਵਿੱਚ ਹੀ ਲੀਨ ਹੋ ਗਈ, ਸਮੁੰਦਰ ਦੇ ਵਿੱਚੋਂ ਫਿਰ ਉਹ ਬਾਹਰ ਨਹੀਂ ਆਈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਜਿਨ੍ਹਾਂ ਦਾ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਇਤਿਹਾਸ ਅਸੀਂ ਪੜ੍ਹਦੇ ਹਾਂ, ਤੇ ਸ਼ਾਮ ਨੂੰ ਸਾਰੇ ਗੁਰੂ ਘਰਾਂ ਦੇ ਵਿੱਚ ਸੂਰਜ ਪ੍ਰਕਾਸ਼ ਤੋਂ ਕਥਾ ਹੁੰਦੀ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਸਾਰੇ ਪਾਸੇ ਇੱਕੋ ਹੀ ਧਰਮ ਰਹਿ ਜਾਣਾ ਸੀ, ਮੁਸਲਮਾਨ ਧਰਮ, ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਤੇ ਇਹ ਜਿਹੜੀ ਅਨੇਕਤਾ ਹੈ, ਇਹ ਜਿਹੜੇ ਅਨੇਕਾਂ ਹੀ ਧਰਮ ਨੇ, ਇਹ ਸਾਰੇ ਖਤਮ ਹੋ ਜਾਣੇ ਸੀ। ਕੋਈ ਬਾਗ ਜਿਹੜਾ ਹੈ, ਬਾਗ ਦੇ ਵਿੱਚ ਸਾਧ ਸੰਗਤ ਜੀ ਇੱਕ ਫੁੱਲ ਨਹੀਂ ਹੁੰਦਾ। ਬਾਗ ਦੇ ਵਿੱਚ ਵੱਖੋ ਵੱਖਰੇ ਰੰਗਾਂ ਦੇ, ਵੱਖੋ ਵੱਖਰੀਆਂ ਨਸਲਾਂ ਦੇ ਫੁੱਲ ਹੁੰਦੇ ਨੇ। ਗੁਲਾਬ ਵੀ ਹੁੰਦਾ ਹੈ, ਕਮਲ ਵੀ ਹੁੰਦਾ ਹੈ, ਚਮੇਲੀ ਵੀ ਹੁੰਦੀ ਹੈ, ਗੈਂਦੇ ਦਾ ਫੁੱਲ ਹੁੰਦਾ ਹੈ, ਤੇ ਉਹ ਬਾਗ ਸੋਹਣਾ ਲੱਗਦਾ ਹੈ। ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤੇ ਕੇਵਲ ਇੱਕੋ ਹੀ ਧਰਮ ਰਹਿ ਜਾਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਅਨੇਕਤਾ ਜਿਹੜੀ ਖਤਮ ਹੋ ਜਾਣੀ ਸੀ, ਬਾਕੀ ਧਰਮ ਮੁੱਕ ਜਾਣੇ ਸੀ। ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ। ਸਾਰੇ ਪਾਸੇ ਬਸ ਕੁਰਾਨ ਦੀਆਂ ਸਿੱਖਿਆਵਾਂ ਜਿਹੜੀਆਂ ਸੀ ਉਹ ਦਿੱਤੀਆਂ ਜਾਣੀਆਂ ਸੀ, ਬਾਕੀ ਧਾਰਮਿਕ ਗ੍ਰੰਥਾਂ ਦੀ ਸਿੱਖਿਆਵਾਂ ਜਿਹੜੀਆਂ ਸੀ ਉਹ ਖਤਮ ਹੋ ਜਾਣੀਆਂ ਸੀ। ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ। ਸਾਰੇ ਪਾਸੇ ਪਾਪ ਹੀ ਪਾਪ ਹੋ ਜਾਣਾ ਸੀ, ਧਰਮ ਜਿਹੜਾ ਸੀ ਧਰਮ ਗਰਕ ਹੋ ਜਾਣਾ ਸੀ, ਮੁੱਕ ਜਾਣਾ ਸੀ। ਵਰਨ ਗਰਕ ਜਾਤੇ ਸਹਿਤ ਵਿਧਾਨ ਕੇ। ਸਾਰੇ ਜਿਹੜੇ ਵਰਨ ਸਨ ਉਹ ਵਿਧੀਆਂ ਦੇ ਸਮੇਤ ਖਤਮ ਹੋ ਜਾਣੇ ਸੀ। ਫਿਰ ਕਹਿੰਦੇ ਨੇ, ਦੇਵੀ ਦੇਵ ਦੇਹੋਰਾ ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਰਗੀ ਧਰਮ ਦੀ ਮੂਰਤ ਨਾ ਹੁੰਦੀ ਤਾਂ ਸਾਧ ਸੰਗਤ ਜੀ ਇਹ ਮੰਦਰ, ਇਹ ਦੇਵੀ ਦੇਵਤਿਆਂ ਦੀ ਪੂਜਾ, ਇਹ ਟੱਲ ਜਿਹੜੇ ਖੜਕਦੇ ਨੇ ਮੰਦਰਾਂ ਦੇ ਵਿੱਚ, ਇਹ ਮੱਥੇ ਦੇ ਜੋ ਤਿਲਕ ਲਾਏ ਜਾ ਰਹੇ ਨੇ, ਇਹ ਸਭ ਜਿਹੜੀਆਂ ਨੇ ਦੇਵੀ ਦੇਵ ਦਿਓਰਾ ਸਭ ਮੁੱਕ ਜਾਣੇ ਸਨ, ਸਭ ਖਤਮ ਹੋ ਜਾਣੇ ਸਨ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦੇਣ ਹੈ ਕਿ ਅੱਜ ਇਸ ਦੇਸ਼ ਦੇ ਵਿੱਚ ਅਨੇਕ ਧਰਮ ਜਿਹੜੇ ਨੇ ਉਹ ਵੱਧ ਫੁੱਲ ਰਹੇ ਨੇ। आदा ने कभी तुझे संभलने ना दिया था। जोगी अलाजार खां लिखता है, आदा ने कभी तुझे संभलने ना दिया था। भाव है गुरु गोबिंद सिंह जी दुश्मना ने अपने वालों पूरी वाह लाई तुहानू तंग करन दी। समुंदर नूं असीं वेखदे हां, उत्तों उत्तों समुंदर जिहड़ा है वो बड़ा उतावला लगदा है। उत्तों उत्तों समुंदर दे विच बड़ियां लहरां ने, समुंदर की बड़ी आवाज़ है, बड़ा शोर है। तो इस तरह लगता है कि जिस तरह समुंदर बड़ा अशांत है। पर जदों समुंदर की डूंघाई दे विच जाइए तो समुंदर डूंघाई दे विच बिल्कुल शांत है। उत्तों बड़ा रोला है, बड़ा शोर है। इस प्रकार गुरु गोबिंद सिंह जी का जीवन उत्तों उत्तों इस तरह लगेगा जिस तरह सतगुरु जी सारी उम्र जंगा करते रहे ने। 14 जंगा लड़ियां ने गुरु गोबिंद सिंह महाराज जी ने, पर अंदर गुरु साहब जी समुंदर की डूंघाई वांगू शांत ने। आदा ने कभी तुझे संभलने ना दिया था। आराम से पहलू को बदलने ना दिया था। गुलशन को तेरे फूल ने फलने ना दिया था। गुलशन का मतलब होता है बाग। हे गुरु गोबिंद सिंह जी, तुहाडे बाग नूं दुश्मनां ने अपने वल्लों वदन फुलन नहीं दिता। साहिबजादे भी शहीद कर दिते, पिता भी शहीद कर दिता, माता भी शहीद हो गई। गुलशन को तेरे फूल ने फलने ना दिया था। कांटा दिल पर खून से निकलने ना दिया था। तुहाडे दिल दे विचों इन्हां दुश्मनां ने कंडा निकलने नहीं दिता। अपने वालों इन्हां ने दुश्मनी का कंडा चोभ के रखिया।
कांटा दिल पर खून से निकलने ना दिया था, जिस रण में लड़ा बेसरोस मान लड़ा तू, 100 सिंह लिए हजारों पे जा जाके पड़ा तू। गुरु गोबिंद सिंह पातशाह जी ਦੀਆਂ ਜਿੰਨੀਆਂ ਵੀ ਜੰਗਾਂ ਵੇਖੀਏ ਸਾਧ ਸੰਗਤ ਜੀ, ਸਤਿਗੁਰੂ ਜੀ ਮੁੱਠੀ ਭਰ ਸਿੰਘਾਂ ਦੇ ਨਾਲ ਹੀ ਲੱਖਾਂ ਹੀ ਦੁਸ਼ਮਣਾਂ ਦੇ ਨਾਲ ਸਤਿਗੁਰੂ ਜੀ ਲੋਹਾ ਲੈਂਦੇ ਨੇ। ਤੇ ਜ਼ਫਰਨਾਮੇ ਦੇ ਵਿੱਚ ਵੀ ਸਤਿਗੁਰੂ ਜੀ ਲਿਖਦੇ ਨੇ ਔਰੰਗਜ਼ੇਬ ਦੇ ਵਿੱਚ ਕਿ ਗੁਰਸਨਾ ਚੇ ਕਾਰੇ ਕੁਨਦ ਚਹਿਲ ਨਰ ਕੇ ਦਾ ਲੱਖ ਬਰਾਇਦ ਬਰੋ ਬੇਖਬਰ। हे ਔਰੰਗਜ਼ੇਬ, ਤੇਰੀ 10 ਲੱਖ ਫੌਜ ਮੇਰੇ ਭੁੱਖੇ ਭਾਣੇ 40 ਸਿੰਘਾਂ ਤੇ ਆ ਕੇ ਚਮਕੌਰ ਦੀ ਥਾਂ ਤੇ ਟੁੱਟ ਕੇ ਪੈ ਗਈ, ਘੇਰਾ ਪਾ ਕੇ ਬੈਠ ਗਈ। ਪਰ ਮੇਰੇ ਸਿੰਘਾਂ ਨੇ ਵੀ ਉਦੋਂ ਹਿੰਮਤ ਨਹੀਂ ਹਾਰੀ, ਉਹ ਵੀ ਭੁੱਖੇ ਸ਼ੇਰਾਂ ਵਾਂਗੂ ਇਹਨਾਂ ਦੇ ਉੱਤੇ ਆਪਣੀਆਂ ਮਿਆਨਾਂ ਦੇ ਵਿੱਚੋਂ ਕਿਰਪਾਨਾਂ ਕੱਢ ਕੇ ਟੁੱਟ ਪਏ। ਤੇ ਸਤਿਗੁਰੂ ਲਿਖਦੇ ਨੇ ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਇਹ ਔਰੰਗਜ਼ੇਬ ਇਸ ਸੰਸਾਰ ਦੇ ਵਿੱਚ ਅਸਲੀ ਮਰਦ ਉਹ ਹੈ ਜਿਹੜਾ ਆਪਣੇ ਬਚਨਾਂ ਦਾ ਬਲੀ ਹੋਵੇ। ਇਹ ਨਹੀਂ ਵੀ ਕਹਿੰਦਾ ਕੁਝ ਹੋਵੇ ਤੇ ਕਰਦਾ ਕੁਝ ਹੋਵੇ, ਮਨ 'ਚ ਕੁਝ ਹੋਵੇ ਤੇ ਜ਼ਬਾਨ ਤੇ ਕੁਝ ਹੋਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਤੇ ਅੱਜ ਅਸੀਂ ਪੰਛੀ ਝਾਤ ਮਾਰੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਦੇਣ ਕਦੀ ਵੀ ਮਨੁੱਖਤਾ ਦੇ ਨਹੀਂ ਸਕਦੀ। ਸਤਿਗੁਰਾਂ ਦੇ ਸਾਡੇ ਉੱਤੇ ਇਤਨੇ ਉਪਕਾਰ ਨੇ, ਭਾਵੇਂ ਬਹੁਤ ਛੋਟੀ ਉਮਰ ਹੈ ਸਤਿਗੁਰੂ ਜੀ 42.5 ਸਾਲ ਦੀ ਉਮਰ ਹੈ, ਪਰ 42.5 ਸਾਲ ਦੀ ਉਮਰ ਦੇ ਵਿੱਚ ਹੀ ਸਤਿਗੁਰਾਂ ਨੇ ਉਹ ਕਾਰਨਾਮੇ ਕੀਤੇ ਨੇ ਸਾਧ ਸੰਗਤ ਜੀ, ਜਿਹੜੇ ਕਾਰਨਾਮੇ ਮਨੁੱਖ ਕੋਈ ਬੰਦਾ ਹਜ਼ਾਰਾਂ ਜਨਮ ਲੈ ਕੇ ਵੀ ਨਹੀਂ ਕਰ ਸਕਦਾ। ਐਸੀ ਕੁਰਬਾਨੀ, ਐਸਾ ਬਲੀਦਾਨ, ਐਸਾ ਸਤਿਗੁਰਾਂ ਦਾ ਸਾਡੇ ਉੱਤੇ ਅਹਿਸਾਨ, ਸਾਡੇ ਤੇ ਕਿਰਪਾ ਬਖਸ਼ਿਸ਼ ਜਿਹੜੀ ਹੈ ਸਾਧ ਸੰਗਤ ਜੀ, ਉਹ ਅਸੀਂ ਕਦੀ ਵੀ ਸਤਿਗੁਰਾਂ ਦੀ ਇਸ ਬਖਸ਼ਿਸ਼ ਦਾ ਅੰਤ ਨਹੀਂ ਪਾ ਸਕਦੇ। ਸੋ ਸਤਿਗੁਰੂ ਜੀ ਕਿਰਪਾ ਕਰਨ। 2 ਦਿਨਾਂ ਦਾ ਸਮਾਂ ਸੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸਮੂਹ ਸਾਧ ਸੰਗਤ ਦਾ ਧੰਨਵਾਦ ਹੈ ਅਤੇ ਪ੍ਰਬੰਧਕ ਸਿੰਘਾਂ ਦਾ ਧੰਨਵਾਦ ਹੈ। ਸਤਿਗੁਰੂ ਜੀ ਕਿਰਪਾ ਕਰਨ। ਫਿਰ ਜਦੋਂ ਦੁਬਾਰਾ ਕਦੀ ਸੁਭਾਗ ਮੌਕਾ ਪ੍ਰਾਪਤ ਹੋਵੇਗਾ, ਸਤਿਗੁਰੂ ਜੀ ਸਮਾਂ ਦੇਣਗੇ ਤੇ ਆਪ ਸੰਗਤ ਦੇ ਦਰਸ਼ਨ ਕਰਾਂਗੇ। ਸੋ ਇਤਨੀਆਂ ਵਿਚਾਰਾਂ ਕਰਦਾ ਦਾਸ ਖਿਮਾ ਦਾ ਜਾਚਕ ਹੈ। ਜਿਨ੍ਹਾਂ ਨੇ ਖੰਡੇ ਬਾੜ ਦਾ ਅੰਮ੍ਰਿਤ ਨਹੀਂ ਛਕਿਆ ਭਾਈ, ਉਹ ਖੰਡੇ ਬਾੜ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਕੂਲ ਦੇ ਵਿੱਚ ਦਾਖਲਾ ਲਵੋ, 5 ਕਕਾਰੀ ਵਰਦੀ ਧਾਰਨ ਕਰੋ, ਨਿਤਨੇਮ ਕਰੋ, ਸਹਿਜ ਪਾਠ ਕਰੋ। ਸਤਿਗੁਰੂ ਸਾਨੂੰ ਸਾਰਿਆਂ ਨੂੰ ਗੁਰਬਾਣੀ, ਗੁਰਸਿੱਖੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।